ਫਰੈਂਡ, ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਇੰਡੀਅਨ ਕੌਂਸਟੀਟਿਊਸ਼ਨਲ ਅਸੈਂਬਲੀ ਭਾਰਤੀ ਸੰਵਿਧਾਨ ਸਭਾ। ਇਸ ਵੀਡੀਓ ਦੇ ਵਿੱਚ ਆਪਾਂ ਪੜ੍ਹਾਂਗੇ ਕਿ ਭਾਰਤੀ ਸੰਵਿਧਾਨ ਸਭਾ ਦਾ ਨਿਰਮਾਣ ਕਿਵੇਂ ਹੋਇਆ, ਇਹਦੇ ਕਿੰਨੇ ਮੈਂਬਰ ਸੀਗੇ ਅਤੇ ਸੰਵਿਧਾਨ ਨਿਰਮਾਣ ਦੇ ਵਿੱਚ ਇਸ ਦੀ ਕੀ ਭੂਮਿਕਾ ਰਹੀ ਹੈ ਅਤੇ ਕਿਹਦੀ ਸਿਫਾਰਿਸ਼ 'ਤੇ ਇਹ ਘੜੀ ਗਈ ਸੀ। ਅਤੇ ਇਹਦੇ ਨਾਲ ਰਿਲੇਟਿਡ ਜੋ ਕੈਬਨਿਟ ਮਿਸ਼ਨ ਦੀ ਜੋ ਗੱਲ ਆਉਂਦੀ ਹੈ, ਆਪਾਂ ਉਸ ਕੈਬਨਿਟ ਮਿਸ਼ਨ ਦੇ ਬਾਰੇ ਵੀ ਪੜ੍ਹਾਂਗੇ। ਤਾਂ ਚਲੋ ਸ਼ੁਰੂ ਕਰਦੇ ਹਾਂ ਅੱਜ ਆਪਾਂ ਆਪਣਾ ਇਹ ਟੌਪਿਕ ਭਾਰਤੀ ਸੰਵਿਧਾਨ ਸਭਾ ਅਤੇ ਆਪਣੇ ਇੰਡੀਅਨ ਕੌਂਸਟੀਟਿਊਸ਼ਨਲ ਦਾ ਜੋ ਟੌਪਿਕ ਹੈ ਉਸ ਨੂੰ ਅੱਗੇ ਵਧਾਉਂਦੇ ਹਾਂ। ਚਲੋ ਜਲਦੀ ਤੋਂ ਜਲਦੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਲਓ ਇਸ ਚੈਨਲ ਨੂੰ ਅਤੇ ਵੀਡੀਓ ਜ਼ਰੂਰ ਸ਼ੇਅਰ ਕਰਨਾ ਜੀ। ਚਲੋ ਸ਼ੁਰੂ ਕਰਦੇ ਹਾਂ ਆਪਾਂ ਭਾਰਤੀ ਸੰਵਿਧਾਨ ਸਭਾ। ਤਾਂ ਫਰੈਂਡਸ, ਆਪਣੀ ਭਾਰਤੀ ਸੰਵਿਧਾਨ ਸਭਾ ਦਾ ਜੋ ਗਠਨ ਹੈ ਉਹ ਕੈਬਨਿਟ ਮਿਸ਼ਨ ਦੀ ਸਿਫਾਰਿਸ਼ ਦੇ ਆਧਾਰ 'ਤੇ ਕੀਤਾ ਗਿਆ ਸੀਗਾ ਅਤੇ ਇਸ ਦਾ ਗਠਨ ਜੁਲਾਈ 1946 ਈਸਵੀ ਦੇ ਵਿੱਚ ਹੋਇਆ ਸੀਗਾ। ਕੈਬਨਿਟ ਮਿਸ਼ਨ ਦੀ ਸਿਫਾਰਿਸ਼ ਦੇ ਆਧਾਰ 'ਤੇ ਸੰਵਿਧਾਨ ਸਭਾ ਦੇ ਲਈ ਵੋਟਿੰਗ ਕਰਵਾਈ ਗਈ ਸੀਗੀ ਜੁਲਾਈ 1946 ਦੇ ਵਿੱਚ ਅਤੇ ਇਹਦੇ ਅਕੋਰਡਿੰਗ ਹੀ ਸੰਵਿਧਾਨ ਸਭਾ ਦਾ ਗਠਨ ਹੋਇਆ ਸੀਗਾ। ਇਸ ਵੋਟਿੰਗ ਦੇ ਅੰਦਰ ਜੋ ਮੈਂਬਰ ਬ੍ਰਿਟਿਸ਼ ਪ੍ਰਾਂਤਾਂ ਤੋਂ ਜਾਂ ਦੇਸੀ ਰਿਆਸਤਾਂ ਤੋਂ ਜਾਂ ਚੀਫ ਕਮਿਸ਼ਨਰੀ ਪ੍ਰਾਂਤਾਂ ਤੋਂ ਜਿੰਨੇ ਵੀ ਮੈਂਬਰ ਚੁਣ ਕੇ ਆਏ ਸੀਗੇ, ਉਹਨਾਂ ਹੀ ਮੈਂਬਰਾਂ ਦੀ ਇਹ ਸਭਾ ਸੀਗੀ ਅਤੇ ਉਹਨਾਂ ਨੇ ਹੀ ਸੰਵਿਧਾਨ ਨਿਰਮਾਣ ਦਾ ਜੋ ਹੈ ਕੰਮ ਅੱਗੇ ਵਧਾਇਆ ਸੀਗਾ। ਅਤੇ ਜੋ ਇਹ ਕੈਬਨਿਟ ਮਿਸ਼ਨ ਦੀ ਗੱਲ ਵਾਰ-ਵਾਰ ਆਉਂਦੀ ਹੈ ਜਦੋਂ ਆਪਾਂ ਸੰਵਿਧਾਨ ਪੜ੍ਹਦੇ ਹਾਂ, ਤਾਂ ਇਹ ਕੀ ਸੀਗਾ, ਇਹ ਬ੍ਰਿਟੇਨ ਦੇ ਤਰਫੋਂ 3 ਮੈਂਬਰੀ ਇੱਕ ਕਮੇਟੀ ਆਈ ਸੀਗੀ ਜਿਹਨੂੰ ਕੈਬਨਿਟ ਮਿਸ਼ਨ ਦੀ ਜੋ ਹੈ ਨਾਂ ਦਿੱਤਾ ਗਿਆ ਸੀਗਾ। ਅਤੇ ਇਹਦੇ ਅੰਦਰ ਕਿਹੜੇ ਮੈਂਬਰ ਸੀਗੇ? ਪਹਿਲੇ ਹੈ ਸਰ ਸਟੈਫਰਡ ਕ੍ਰਿਪਸ, ਦੂਜੇ ਹੈ ਲਾਰਡ ਪੈਥਿਕ ਲਾਰੈਂਸ ਅਤੇ ਤੀਜੇ ਨੇ ਆਪਣੇ ਏਵੀ ਅਲੈਗਜ਼ੈਂਡਰ। ਅਤੇ ਇਹ 3 ਮੈਂਬਰਾਂ ਦਾ ਜੋ ਇੱਕ ਕਮੇਟੀ ਸੀਗੀ, ਇਸੇ ਨੂੰ ਹੀ ਕੈਬਨਿਟ ਮਿਸ਼ਨ ਕਿਹਾ ਗਿਆ ਅਤੇ ਇਹਦੀ ਜੋ ਯੋਜਨਾ ਸੀਗੀ ਉਸੇ ਅਕੋਰਡਿੰਗ ਹੀ ਆਪਣੀ ਭਾਰਤੀ ਸੰਵਿਧਾਨ ਸਭਾ ਦਾ ਨਿਰਮਾਣ ਜੋ ਹੈ ਕੀਤਾ ਗਿਆ ਸੀਗਾ। ਨੈਕਸਟ ਆਪਾਂ ਪੜ੍ਹਦੇ ਹਾਂ ਕਿ ਇਹ ਜੋ 3 ਮੈਂਬਰ ਸੀਗੇ, ਇਹਨਾਂ ਦੇ ਪਦ ਕੀ ਸੀਗੇ, ਇਹ ਕੀ ਕੰਮ ਕਰਦੇ ਸੀਗੇ। ਅਤੇ ਸਰ ਸਟੈਫਰਡ ਕ੍ਰਿਪਸ ਜੋ ਨੇ ਉਹ ਵਪਾਰ ਮੰਡਲ ਦੇ ਅਧਿਅਕਸ਼ ਜਾਂ ਪ੍ਰਧਾਨ ਸੀਗੇ ਬ੍ਰਿਟੇਨ ਦੇ। ਲਾਰਡ ਪੈਥਿਕ ਲਾਰੈਂਸ ਜੋ ਸੀਗੇ ਉਹ ਭਾਰਤ ਦੇ ਰਾਜ ਸਚਿਵ ਸੀਗੇ। ਠੀਕ ਹੈ, ਭਾਰਤ ਦੇ ਜੋ ਹੈ ਬ੍ਰਿਟੇਨ ਦੇ ਵਿੱਚ ਭਾਰਤ ਦੇ ਰਾਜ ਸਚਿਵ ਸੀਗੇ। ਅਤੇ ਏਵੀ ਅਲੈਗਜ਼ੈਂਡਰ ਜੋ ਹੈ ਉਹ ਬ੍ਰਿਟੇਨ ਦੀ ਨੌ ਸੈਨਾ ਦੇ ਐਡਮਿਰਲ ਸੀਗੇ। ਤਾਂ ਇਹ ਇਹਨਾਂ ਦੇ ਪਦਵੀਆਂ ਸੀਗੀਆਂ ਅਤੇ ਚੰਗੇ ਉੱਚੇ ਅਹੁਦੇਦਾਰ ਸੀਗੇ। ਅਤੇ ਇਹਨਾਂ ਹੀ 3 ਮੈਂਬਰੀ ਕਮੇਟੀ ਦੇ ਆਧਾਰ 'ਤੇ ਭਾਰਤੀ ਸੰਵਿਧਾਨ ਸਭਾ ਦਾ ਨਿਰਮਾਣ ਕੀਤਾ ਗਿਆ ਸੀਗਾ। ਫਿਰ ਅੱਗੇ ਪੜ੍ਹਦੇ ਹਾਂ ਭਾਰਤ ਦੇ ਲਈ ਸੰਵਿਧਾਨ ਸਭਾ ਦੇ ਗਠਨ ਲਈ। ਭਾਰਤ ਦੇ ਲਈ ਜੋ ਸੰਵਿਧਾਨ ਸਭਾ ਦਾ ਗਠਨ ਕਰਨਾ ਸੀਗਾ, ਉਸ ਦੇ ਲਈ ਸੰਵਿਧਾਨ ਸਭਾ ਦਾ ਵਿਚਾਰ ਸਭ ਤੋਂ ਪਹਿਲਾਂ ਸਵਰਾਜ ਪਾਰਟੀ ਨੇ 1924 ਵਿੱਚ ਪੇਸ਼ ਕੀਤਾ ਸੀਗਾ। ਇਹ ਕੁਐਸਚਨ ਬਹੁਤ ਵਾਰ ਆਇਆ ਹੈ ਕਿ ਸਭ ਤੋਂ ਪਹਿਲਾਂ ਸੰਵਿਧਾਨ ਸਭਾ ਦੀ ਮੰਗ ਕਿਸ ਨੇ ਕੀਤੀ? ਤਾਂ ਆਪਣਾ ਯਾਦ ਰੱਖਣਾ ਹੈ, ਇਹ ਇਸ ਦੀ ਮੰਗ ਕੀਤੀ ਸੀਗੀ ਆਪਣੀ ਸਵਰਾਜ ਪਾਰਟੀ ਨੇ। ਕਦੋਂ ਕੀਤੀ ਸੀਗੀ? 1924 ਈਸਵੀ ਦੇ ਵਿੱਚ ਕੀਤੀ ਸੀ। ਚਲੋ ਅੱਗੇ ਵੱਧਦੇ ਹਾਂ। ਭਾਰਤੀ ਸੰਵਿਧਾਨ ਦੇ ਮੈਂਬਰਾਂ ਦੀ ਕੁੱਲ ਸੰਖਿਆ ਜੋ ਹੈ, ਭਾਰਤੀ ਸੰਵਿਧਾਨ ਦੀ ਜੋ ਇਹ ਸੰਵਿਧਾਨ ਸਭਾ ਸੀਗੀ, ਇਸ ਦੇ ਕੁੱਲ ਮੈਂਬਰਾਂ ਦੀ ਜੋ ਸੰਖਿਆ ਹੈ ਉਹ ਨਿਰਧਾਰਿਤ ਕੀਤੀ ਗਈ ਸੀਗੀ 399 ਦੇ ਕਰੀਬ। 389 ਜੋ ਹੈ ਇਸ ਦੀ ਸੰਖਿਆ ਜੋ ਹੈ ਮੈਂਬਰਾਂ ਦੀ ਨਿਰਧਾਰਿਤ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ 292 ਬ੍ਰਿਟਿਸ਼ ਪ੍ਰਾਂਤਾਂ ਤੋਂ ਆਉਣਾ ਸੀਗੇ। ਬ੍ਰਿਟਿਸ਼ ਪ੍ਰਾਂਤਾਂ ਦੇ ਪ੍ਰਤੀਨਿਧੀ ਆਉਣੇ ਸੀਗੇ, ਜਿਨ੍ਹਾਂ ਦੇ ਉੱਤੇ ਉਹ ਪ੍ਰਾਂਤ, ਭਾਰਤ ਦੇ ਉਹ ਪ੍ਰਾਂਤ ਜਿਨ੍ਹਾਂ ਦੇ ਉੱਤੇ ਅੰਗਰੇਜ਼ੀ ਹਕੂਮਤ ਚੱਲਦੀ ਸੀਗੀ, ਉਹਨਾਂ ਪ੍ਰਾਂਤਾਂ ਦੇ ਵਿੱਚੋਂ 292 ਮੈਂਬਰ ਆਉਣੇ ਸੀਗੇ। 4 ਚੀਫ ਕਮਿਸ਼ਨਰੀ ਖੇਤਰਾਂ ਦੇ ਵਿੱਚੋਂ ਆਉਣੇ ਸੀਗੇ। 4 ਚੀਫ ਕਮਿਸ਼ਨਰੀ ਪ੍ਰਾਂਤ ਜੋ ਸੀਗੇ ਉਹਨਾਂ ਦੇ ਪ੍ਰਤੀਨਿਧੀ ਆਉਣੇ ਸੀਗੇ। ਜਿਵੇਂ ਅੱਜ ਆਪਣੇ 7 ਕੇਂਦਰ ਸ਼ਾਸਿਤ ਪ੍ਰਦੇਸ਼ ਸੀਗੇ ਜਾਂ ਹੁਣ ਪ੍ਰੈਜ਼ੈਂਟ ਦੇ ਵਿੱਚ ਉਹ 8 ਹੋ ਚੁੱਕੇ ਹੈ, ਤਾਂ ਉਸੇ ਤਰ੍ਹਾਂ ਬ੍ਰਿਟਿਸ਼ ਰੂਲ ਦੇ ਸਮੇਂ ਵੀ ਆਪਣੇ 4 ਕਮਿਸ਼ਨਰੀ ਪ੍ਰਾਂਤ ਸੀਗੇ, ਜਿਨ੍ਹਾਂ ਦੇ ਵਿੱਚੋਂ 4 ਮੈਂਬਰ ਜੋ ਹੈ ਚੁਣ ਕੇ ਆਉਣੇ ਸੀਗੇ। ਅਤੇ 93 ਜੋ ਮੈਂਬਰ ਨੇ ਉਹ ਦੇਸੀ ਰਿਆਸਤਾਂ ਦੇ ਪ੍ਰਤੀਨਿਧੀ ਸਨ। ਦੇਸੀ ਰਿਆਸਤਾਂ ਜੋ ਸੀਗੀਆਂ ਸੁਤੰਤਰ ਰਿਆਸਤਾਂ, ਉਹਨਾਂ ਨੂੰ ਵੀ ਪ੍ਰਤੀਨਿਧਤਵ ਦਿੱਤਾ ਗਿਆ ਸੀਗਾ ਸੰਵਿਧਾਨ ਸਭਾ ਦੇ ਵਿੱਚ, ਕਿ ਤਾਂ ਕਿ ਉਹ ਵੀ ਭਾਰਤ ਦੇ ਵਿੱਚ ਜੇਕਰ ਸ਼ਾਮਿਲ ਹੋਣਾ ਚਾਹਣ ਭਾਰਤ ਸੰਘ ਦੇ ਵਿੱਚ ਤਾਂ ਹੋ ਸਕਦੇ ਹੈ। ਤਾਂ ਸੰਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਪ੍ਰਤੀਨਿਧਤਾ ਦਿੱਤੀ ਗਈ ਅਤੇ ਇਹ 93 ਦੇਸੀ ਰਿਆਸਤਾਂ ਸੀਗੀਆਂ। ਕੈਬਨਿਟ ਮਿਸ਼ਨ ਯੋਜਨਾ ਦੇ ਅਨੁਸਾਰ ਜੁਲਾਈ 1946 ਵਿੱਚ ਸੰਵਿਧਾਨ ਸਭਾ ਦੇ ਲਈ ਚੁਣਾਵ ਕਰਵਾਏ ਗਏ। ਕੈਬਨਿਟ ਮਿਸ਼ਨ ਦੀ ਜੋ ਯੋਜਨਾ ਸੀਗੀ ਉਸੇ ਦੇ ਅਕੋਰਡਿੰਗ ਜੁਲਾਈ 1946 ਨੂੰ ਸੰਵਿਧਾਨ ਸਭਾ ਦੇ ਲਈ ਚੁਣਾਵ ਕਰਵਾ ਲਏ ਗਏ ਸੀਗੇ। ਕੁੱਲ 399 ਮੈਂਬਰਾਂ ਵਿੱਚੋਂ ਪ੍ਰਾਂਤਾਂ ਦੇ ਲਈ ਨਿਰਧਾਰਿਤ 296 ਮੈਂਬਰਾਂ ਲਈ ਚੁਣਾਵ ਹੋਏ ਸੀਗੇ
ਤੇ ਪ੍ਰਾਂਤਾਂ ਦੇ ਲਈ ਜੋ ਨਿਰਧਾਰਿਤ ਕੀਤੇ ਗਏ ਸੀਗੇ 399 ਦੇ ਵਿੱਚੋਂ 296 ਮੈਂਬਰ ਉਹਨਾਂ ਦੇ ਲਈ ਚੁਣਾਵ ਹੋਏ ਸੀਗੇ, ਜਿਨ੍ਹਾਂ ਨੂੰ ਵੱਖ-ਵੱਖ ਪ੍ਰਾਂਤਾਂ ਦੀਆਂ ਵਿਧਾਨ ਸਭਾ ਦੁਆਰਾ ਚੁਣਿਆ ਗਿਆ ਸੀਗਾ। ਤੇ ਇਹਨਾਂ 296 ਮੈਂਬਰਾਂ ਨੂੰ ਵੱਖ-ਵੱਖ ਪ੍ਰਾਂਤਾਂ ਦੀਆਂ ਵਿਧਾਨ ਸਭਾਵਾਂ ਦੁਆਰਾ ਚੁਣਿਆ ਗਿਆ ਸੀਗਾ। ਜਿਵੇਂ ਅੱਜ ਆਪਾਂ ਆਪਣੀਆਂ ਵਿਧਾਨ ਸਭਾਵਾਂ ਦੇ MLA ਵਗੈਰਾ ਚੁਣਦੇ ਹਾਂ, ਉਸੇ ਸਮੇਂ ਵਿੱਚ ਵੀ ਵਿਧਾਨ ਸਭਾਵਾਂ ਦੇ ਮੈਂਬਰ ਜੋ ਹੈ ਚੁਣ ਕੇ ਆਏ ਸੀਗੇ ਤੇ ਇਹ 296 ਮੈਂਬਰ ਵਿਧਾਨ ਸਭਾਵਾਂ ਦੁਆਰਾ ਚੁਣੇ ਗਏ ਸੀਗੇ। ਇਹਨਾਂ ਵਿੱਚੋਂ ਕਾਂਗਰਸ ਨੂੰ 208 ਸੀਟਾਂ ਮਿਲੀਆਂ ਸੀਗੀਆਂ। 296 ਦੇ ਵਿੱਚੋਂ ਕਾਂਗਰਸ ਨੂੰ ਜੋ ਸੀਟਾਂ ਮਿਲੀਆਂ ਸੀਗੀਆਂ ਉਹ ਸੀਗੀਆਂ 208 ਤੇ ਮੁਸਲਿਮ ਲੀਗ ਜੋ ਸੀਗੀ ਉਸ ਨੂੰ ਸੀਟਾਂ ਜੋ ਮਿਲੀਆਂ ਸੀਗੀਆਂ ਉਹ ਸੀਗੀਆਂ 73। ਇਸ ਤੋਂ ਇਲਾਵਾ 15 ਹੋਰ ਦਲਾਂ ਅਤੇ ਸੁਤੰਤਰ ਉਮੀਦਵਾਰ ਜੋ ਆਜ਼ਾਦ ਖੜੇ ਹੋਏ ਸੀਗੇ ਉਹਨਾਂ ਨੂੰ ਮਿਲੇ ਸੀਗੇ ਤੇ ਹੋਰ ਜੋ ਛੋਟੇ-ਮੋਟੇ ਦਲ ਸੀਗੇ ਉਹਨਾਂ ਨੂੰ ਮਿਲੀਆਂ ਸੀਗੀਆਂ 15 ਸੀਟਾਂ। ਫਿਰ 9 ਦਸੰਬਰ 1946 ਨੂੰ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਨਵੀਂ ਦਿੱਲੀ ਵਿੱਚ ਕੌਂਸਲ ਚੈਂਬਰ ਦੀ ਲਾਇਬ੍ਰੇਰੀ ਹਾਲ ਵਿੱਚ ਹੋਈ ਸੀਗੀ। ਜਦੋਂ ਸੰਵਿਧਾਨ ਸਭਾ ਦੇ ਚੁਣਾਵ ਹੋ ਗਏ ਸੀਗੇ, ਸੰਵਿਧਾਨ ਸਭਾ ਬਣ ਕੇ ਤਿਆਰ ਹੋ ਚੁੱਕੀ ਸੀਗੀ, ਉਦੋਂ ਸੰਵਿਧਾਨ ਸਭਾ ਦੀ ਜੋ ਪਹਿਲੀ ਬੈਠਕ ਹੈ ਉਹ 9 ਦਸੰਬਰ 1946 ਨੂੰ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਰਾ ਲਈ ਗਈ ਸੀਗੀ। ਕਿੱਥੇ ਹੋਈ ਸੀਗੀ? ਇਹ ਨਵੀਂ ਦਿੱਲੀ ਦੇ ਵਿੱਚ ਹੋਈ ਸੀ। ਨਵੀਂ ਦਿੱਲੀ ਦੇ ਵਿੱਚ ਕਿੱਥੇ ਹੋਈ ਸੀਗੀ? ਇਹ ਕੌਂਸਲ ਚੈਂਬਰ ਦੇ ਲਾਇਬ੍ਰੇਰੀ ਹਾਲ ਦੇ ਵਿੱਚ ਹੋਈ ਸੀਗੀ। ਸਭਾ ਦੇ ਸਭ ਤੋਂ ਬਜ਼ੁਰਗ ਮੈਂਬਰ ਜੋ ਸੀਗੇ ਡਾਕਟਰ ਸਚਿਦਾਨੰਦ ਸਿਨਹਾ, ਇਹਨਾਂ ਨੂੰ ਸਭਾ ਦੇ ਅਸਥਾਈ ਅਧਿਅਕਸ਼ ਚੁਣਿਆ ਗਿਆ ਸੀਗਾ। ਬਹੁਤ ਵਾਰ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਹੈ ਕਿ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ, ਤਾਂ ਇਹ ਆਪਣੀ ਪਹਿਲੀ ਬੈਠਕ ਜੋ ਹੈ 9 ਦਸੰਬਰ 1946 ਨੂੰ ਹੋਈ ਸੀਗੀ। ਤੇ ਪੁੱਛਿਆ ਜਾਂਦਾ ਕਿ ਪਹਿਲੀ ਬੈਠਕ ਦੀ ਅਧਿਅਕਸ਼ਤਾ ਕਿਸਨੇ ਕੀਤੀ, ਤਾਂ ਆਪਣੀ ਪਹਿਲੀ ਬੈਠਕ ਦੀ ਅਧਿਅਕਸ਼ਤਾ ਕੀਤੀ ਸੀ ਡਾਕਟਰ ਸਚਿਦਾਨੰਦ ਸਿਨਹਾ ਨੇ। ਜਾਂ ਪੁੱਛਿਆ ਜਾ ਸਕਦਾ ਹੈ ਕਿ ਪਹਿਲੀ ਬੈਠਕ ਸਮੇਂ ਸੰਵਿਧਾਨ ਸਭਾ ਦੇ ਅਸਥਾਈ ਅਧਿਅਕਸ਼ ਕੌਣ ਸੀਗੇ? ਸਥਾਈ ਨਹੀਂ ਪੁੱਛਿਆ, ਅਸਥਾਈ ਪੁੱਛਿਆ, ਤਾਂ ਅਸਥਾਈ ਆਉਣਗੇ ਆਪਣੇ ਸਚਿਦਾਨੰਦ ਸਿਨਹਾ। ਤਾਂ ਸਚਿਦਾਨੰਦ ਸਿਨਹਾ ਜੀ ਨੂੰ ਅਸਥਾਈ ਅਧਿਅਕਸ਼ ਚੁਣ ਲਿਆ ਗਿਆ ਸੀਗਾ ਕਿਉਂਕਿ ਇਹ ਸਭ ਤੋਂ ਜ਼ਿਆਦਾ ਬਜ਼ੁਰਗ ਸੀਗੇ, ਇਸ ਲਈ ਇਹਨਾਂ ਦੀ ਸੀਨੀਅਰਟੀ ਦੇ ਆਧਾਰ 'ਤੇ ਇਹਨਾਂ ਨੂੰ ਚੁਣਿਆ ਗਿਆ ਸੀਗਾ। ਤੇ ਦੂਜੀ ਬੈਠਕ ਦੇ ਦੌਰਾਨ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਸਥਾਈ ਪ੍ਰਧਾਨ ਇਸ ਦਾ ਬਣਾ ਦਿੱਤਾ ਗਿਆ ਸੀਗਾ ਤੇ ਅੱਗੇ ਚੱਲ ਕੇ ਸੰਵਿਧਾਨ ਬਣਨ ਤੋਂ ਬਾਅਦ ਰਾਜਿੰਦਰ ਪ੍ਰਸਾਦ ਨੂੰ ਹੀ ਭਾਰਤ ਦੇ ਰਾਸ਼ਟਰਪਤੀ ਵਜੋਂ ਨਾਮਿਤ ਕਰ ਦਿੱਤਾ ਗਿਆ ਸੀਗਾ। ਮੁਸਲਿਮ ਲੀਗ ਨੇ ਇਸ ਬੈਠਕ ਦਾ ਬਹਿਸ਼ਕਾਰ ਕੀਤਾ ਸੀਗਾ। ਮੁਸਲਿਮ ਲੀਗ ਨੇ ਇਸ ਦਾ ਬਹਿਸ਼ਕਾਰ ਕੀਤਾ ਸੀਗਾ ਤੇ ਉਸ ਨੇ ਪਾਕਿਸਤਾਨ ਦੀ ਮੰਗ ਕੀਤੀ ਅਤੇ ਪਾਕਿਸਤਾਨ ਦੇ ਲਈ ਅਲੱਗ ਸੰਵਿਧਾਨ ਸਭਾ ਦੀ ਮੰਗ ਸ਼ੁਰੂ ਕਰ ਦਿੱਤੀ। ਇੱਕ ਤਾਂ ਉਹਨਾਂ ਨੇ ਪਾਕਿਸਤਾਨ ਮੰਗ ਲਿਆ ਸੀਗਾ, ਦੂਜਾ ਪਾਕਿਸਤਾਨ ਦੇ ਲਈ ਸੰਵਿਧਾਨ ਸਭਾ ਦੀ ਮੰਗ ਸ਼ੁਰੂ ਕਰ ਦਿੱਤੀ ਗਈ ਸੀ ਕਿ ਸੰਵਿਧਾਨ ਸਭਾ ਜੋ ਹੈ ਪਾਕਿਸਤਾਨ ਦੇ ਸੰਵਿਧਾਨ ਬਣਾਉਣ ਲਈ ਇੱਕ ਅਲੱਗ ਤੋਂ ਹੋਣੀ ਚਾਹੀਦੀ ਹੈ ਤੇ ਉਸ ਨੇ ਇਸ ਬੈਠਕ ਦਾ ਬਹਿਸ਼ਕਾਰ ਕੀਤਾ ਸੀਗਾ। ਫਿਰ ਨੋਟ ਹੈ, ਇਹ ਗੱਲ ਯਾਦ ਰੱਖਣ ਯੋਗ ਵਾਲੀ ਹੈ ਕਿ ਦੇਸੀ ਰਿਆਸਤ ਸੀਗੀ ਇੱਕ, ਜਿਸ ਦੇ ਪ੍ਰਤੀਨਿਧੀ ਜੋ ਹੈ ਸੰਵਿਧਾਨ ਸਭਾ ਵਿੱਚ ਸ਼ਾਮਲ ਨਹੀਂ ਹੋਏ ਸੀਗੇ ਤੇ ਉਹ ਰਿਆਸਤ ਸੀਗੀ ਹੈਦਰਾਬਾਦ। ਹੈਦਰਾਬਾਦ ਰਿਆਸਤ ਜੋ ਹੈ ਇਹ ਸੰਵਿਧਾਨ ਸਭਾ ਵਿੱਚ ਸ਼ਾਮਲ ਨਹੀਂ ਹੋਈ ਸੀ, ਬਲਕਿ ਆਜ਼ਾਦੀ ਤੋਂ ਬਾਅਦ ਕੀ ਕੀਤਾ ਗਿਆ ਸੀਗਾ, ਇਹਨਾਂ ਨੂੰ ਸੈਨਿਕ ਕਾਰਵਾਈ ਕਰਕੇ ਕੈਪਚਰ ਕੀਤਾ ਗਿਆ ਸੀਗਾ। ਇਸ ਹੈਦਰਾਬਾਦ ਨੂੰ ਧੱਕੇ ਨਾਲ ਸ਼ਾਮਿਲ ਕਰਵਾਇਆ ਗਿਆ ਸੀਗਾ ਕਿਉਂਕਿ ਇਹ ਖੁਦ ਸ਼ਾਮਿਲ ਨਹੀਂ ਹੋ ਰਹੇ ਸੀਗੇ, ਇਹ ਅਲੱਗ ਚੱਲ ਰਹੇ ਸੀਗੇ। ਫਿਰ ਇਹ ਪ੍ਰਾਂਤਾਂ ਜਾਂ ਦੇਸੀ ਰਿਆਸਤਾਂ ਨੂੰ ਉਹਨਾਂ ਦੀ ਜਨਸੰਖਿਆ ਦੇ ਅਨੁਪਾਤ ਵਿੱਚ ਸੰਵਿਧਾਨ ਸਭਾ ਵਿੱਚ ਪ੍ਰਤੀਨਿਧਤਾ ਦਿੱਤੀ ਗਈ ਸੀਗੀ। ਪ੍ਰਾਂਤਾਂ ਜਾਂ ਦੇਸੀ ਰਿਆਸਤਾਂ ਨੂੰ ਕੀ ਕੀਤਾ ਗਿਆ ਸੀਗਾ, ਉਹਨਾਂ ਦੀ ਜਨਸੰਖਿਆ ਦੇ ਅਨੁਪਾਤ ਵਿੱਚ ਸੰਵਿਧਾਨ ਸਭਾ ਦੇ ਵਿੱਚ ਪ੍ਰਤੀਨਿਧਤਾ ਦਿੱਤੀ ਗਈ ਸੀਗੀ। ਸਧਾਰਨ ਤੌਰ 'ਤੇ 10 ਲੱਖ ਦੀ ਆਬਾਦੀ 'ਤੇ ਇੱਕ ਸਥਾਨ ਨਿਰਧਾਰਿਤ ਕੀਤਾ ਗਿਆ ਸੀਗਾ ਕਿ ਜੋ ਆਪਣੇ 296 ਮੈਂਬਰ ਸੀਗੇ ਪ੍ਰਾਂਤਾਂ ਤੋਂ ਚੁਣ ਕੇ ਆਏ, ਉਹ 10 ਲੱਖ ਦੀ ਆਬਾਦੀ ਦੇ ਪਿੱਛੇ ਇੱਕ ਸੀਟ ਸੀਗੀ, ਇੱਕ ਮੈਂਬਰ ਸੀਗਾ। 10 ਲੱਖ ਦੀ ਆਬਾਦੀ ਦੇ ਪਿੱਛੇ ਇੱਕ ਮੈਂਬਰ ਸੀਗਾ। ਤਾਂ ਇਸ ਤਰੀਕੇ ਨਾਲ ਇਹਨਾਂ ਨੂੰ ਜਨਸੰਖਿਆ ਦੇ ਅਨੁਪਾਤ ਦੇ ਆਧਾਰ 'ਤੇ ਪ੍ਰਤੀਨਿਧਤਾ ਦਿੱਤੀ ਗਈ ਸੀਗੀ ਦੇਸੀ ਰਿਆਸਤਾਂ ਦੇ ਪ੍ਰਾਂਤਾਂ ਨੂੰ। ਪ੍ਰਾਂਤਾਂ ਦਾ ਪ੍ਰਤੀਨਿਧਤਾ ਜੋ ਹੈ ਮੁੱਖ ਤੌਰ 'ਤੇ 3 ਪ੍ਰਮੁੱਖ ਸਮੁਦਾਇਆਂ ਦੀ ਆਬਾਦੀ ਦੇ ਆਧਾਰ 'ਤੇ ਵੰਡਿਆ ਗਿਆ ਸੀਗਾ। ਪ੍ਰਾਂਤਾਂ ਜੋ ਪ੍ਰਤੀਨਿਧਤਾ ਹੈ ਉਸ ਨੂੰ ਮੁੱਖ ਤੌਰ 'ਤੇ 3 ਪ੍ਰਮੁੱਖ ਸਮੁਦਾਇ ਜੋ ਸੀਗੇ ਉਹਨਾਂ ਦੇ ਆਧਾਰ 'ਤੇ ਵੰਡਿਆ ਗਿਆ ਸੀਗਾ। ਸੰਪਰਦਾਇ ਨਹੀਂ ਹੈ ਇੱਥੇ, ਸਮੁਦਾਇ ਹੈ। ਸਮੁਦਾਇ ਦੀ ਆਬਾਦੀ ਦੇ ਆਧਾਰ 'ਤੇ ਵੰਡਿਆ ਗਿਆ ਸੀਗਾ। ਇਹ ਸਮੁਦਾਇ ਸੀਗੇ ਮੁਸਲਿਮ, ਸਿੱਖ ਅਤੇ ਸਾਧਾਰਨ। 3 ਵੰਡੇ ਗਏ ਸੀਗੇ। ਮੁਸਲਿਮ ਕਿਉਂਕਿ ਉਸ ਸਮੇਂ ਮੁਸਲਿਮ ਲੀਗ ਸੀਗੀ, ਫਿਰ ਸਿੱਖ ਸੀਗੇ ਤੇ ਸਾਧਾਰਨ ਸੀਗੇ। ਸੰਵਿਧਾਨ ਸਭਾ ਵਿੱਚ ਬ੍ਰਿਟਿਸ਼ ਪ੍ਰਾਂਤਾਂ ਦੇ 296 ਪ੍ਰਤੀਨਿਧੀਆਂ ਦਾ ਵਿਭਾਜਨ ਸੰਪਰਦਾਇਕ ਆਧਾਰ 'ਤੇ ਕੀਤਾ ਗਿਆ ਸੀਗਾ। ਹਾਂ, ਜੋ ਇਹ ਪ੍ਰਤੀਨਿਧੀਆਂ ਦਾ ਜੋ ਵਿਭਾਜਨ ਕੀਤਾ ਗਿਆ ਸੀਗਾ ਉਹ ਸੰਪਰਦਾਇਕ ਆਧਾਰ 'ਤੇ ਕੀਤਾ ਗਿਆ ਸੀਗਾ। ਸਾਧਾਰਨ, ਮੁਸਲਿਮ ਅਤੇ ਸਿੱਖ।
ਸਧਾਰਨ ਜੋ ਮੈਂਬਰ ਸੀਗੇ ਉਹ ਕਿੰਨੇ ਚੁਣ ਕੇ ਆਏ ਸੀਗੇ, ਉਹ 213 ਮੈਂਬਰ ਚੁਣ ਕੇ ਆਏ ਸੀਗੇ। ਮੁਸਲਿਮ ਜੋ ਸੀਗੇ ਉਹ ਸੀਗੇ ਆਪਣੇ 79, ਆਪਣੇ 79 ਮੈਂਬਰ ਸੀਗੇ, ਅਤੇ ਸਿੱਖ ਸੀਗੇ 4। ਤਾਂ ਇਹ 296 ਦੇ ਕਰੀਬ ਆਪਣੇ ਮੈਂਬਰ ਹੋ ਗਏ ਸੀਗੇ ਟੋਟਲ ਜੋ ਚੁਣ ਕੇ ਆਏ ਸੀਗੇ। ਤਾਂ ਇੱਥੇ ਆਪਣਾ ਇਹ ਟੌਪਿਕ ਜੋ ਆਪਾਂ ਖਤਮ ਕਰਦੇ ਹਾਂ ਅੱਜ। ਅੱਗੇ ਆਪਾਂ ਨੈਕਸਟ ਪੜ੍ਹਾਂਗੇ ਵੀਡੀਓ ਦੇ ਵਿੱਚ ਭਾਰਤੀ ਸੰਵਿਧਾਨ ਸਭਾ ਅੱਗੇ ਕਿਸ ਤਰ੍ਹਾਂ ਚੱਲੀ, ਇਹਦੇ ਵਿੱਚ ਕਿੰਨੀਆਂ ਔਰਤਾਂ ਸੀਗੀਆਂ ਅਤੇ ਸੰਵਿਧਾਨ ਸਭਾ ਦਾ ਨਿਰਮਾਣ ਦਾ ਕੰਮ ਕਿਵੇਂ ਅੱਗੇ ਵਧਿਆ, ਇਹ ਆਪਾਂ ਅਗਲੇ ਵੀਡੀਓ ਦੇ ਵਿੱਚ ਪੜ੍ਹਾਂਗੇ। ਤਾਂ ਇਹ ਵੀਡੀਓ ਜੋ ਤੁਸੀਂ ਹੈ ਇਹ ਪੂਰੀ ਤਰ੍ਹਾਂ ਪੜ੍ਹ ਲੈਣੀ ਹੈ, ਚੰਗੀ ਤਰ੍ਹਾਂ ਵੇਖ ਲੈਣੀ ਹੈ। ਜੇ ਇਹਦਾ ਸਕਰੀਨਸ਼ਾਟ ਵੀ ਲੈਣਾ ਹੋਵੇ ਤਾਂ ਲੈ ਕੇ ਰੱਖ ਲਿਓ, ਬਾਵਾ ਟਾਈਪ ਕਰਕੇ ਵਧੀਆ ਰੱਖਿਆ ਹੋਇਆ ਇਸ ਨੂੰ। ਬਹੁਤ ਮਿਹਨਤ ਕੀਤੀ ਇਸ ਵੀਡੀਓ 'ਤੇ। ਪਲੀਜ਼ ਸ਼ੇਅਰ ਕਰਨਾ, ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਚੈਨਲ ਨੂੰ। ਧੰਨਵਾਦ।